सतनाम श्री वाहिगुरु साहिब जीओ। कबीर मन पंखी पयो, उड उड दहें दिस जाए। जो जैसी संगत मिलै, सो तैसो फल खाए। कबीर मन पंखी पयो, उड उड दहें दिस जाए। जो जैसी संगत मिलै, सो तैसो फल खाए। कबीर जाको खोजते, सोई पायो ठौर। सोई फिर कै तू पया, जाको कहता और। कबीर मारी मरो कुसंग की, केले निकट जो बेर। ओ झूलै ओ चीरियै, साकत संग ना हेर। कबीर भार पराई सिर चरै, चलियो चाहे बाट। अपने भारे ना डरै, आगे आओ कट घाट। कबीर बन की दादी लाकरी, ठांडी करे पुकार। मत बस परों लोहार के, जारै दूजी बार। कबीर बन की दादी लाकरी, ठांडी करे पुकार। मत बस परों लोहार के, जारै दूजी बार। गुरु रूप गुरु प्यारी साध संगत जीओ। धन श्री गुरु ग्रंथ साहिब जी महाराज सच्चे पातशाह जी दे पवित्र चरनां दा निੱਘਾ ध्यान धरीए ਅਤੇ ਦਸ਼ਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਅਪਾਰ ਕਿਰਪਾ ਕੀਤੀ ਹੈ ਗੁਰੂ ਫਤਿਹ ਦੇ ਰੂਪ ਦੇ ਵਿੱਚ ਖਾਲਸਾ ਪੰਥ ਨੂੰ, ਉਹਦੇ ਨਾਲ ਆਪਣਾ ਚਿੱਤ ਜੋੜੀਏ ਜੀ। ਸਤਿਕਾਰ ਸਹਿਤ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਸ਼ਲੋਕਾਂ ਦੀ ਅੱਜ ਦੀ 18 ਨੰਬਰ ਵੀਡੀਓ ਹੈ, ਜਿਹਦੇ ਵਿੱਚ 86 ਤੋਂ ਲੈ ਕੇ ਅਸੀਂ 90 ਸ਼ਲੋਕਾਂ ਤੱਕ ਕਬੀਰ ਸਾਹਿਬ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਨਾ ਹੈ। ਕਬੀਰ ਸਾਹਿਬ ਦੇ ਇਹ ਜਿਹੜੇ 5 ਸ਼ਲੋਕ ਆਪਾਂ ਅੱਜ ਵਿਚਾਰਨੇ ਨੇ, ਇਹਨਾਂ 5 ਸ਼ਲੋਕਾਂ ਦੇ ਵਿੱਚ ਉਹਨਾਂ ਨੇ ਬਹੁਤ ਪਿਆਰੀ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਨੇ ਪਹਿਲਾਂ ਤਾਂ ਬੰਦੇ ਦੇ ਮਨ ਬਾਰੇ ਆਖਿਆ ਕਿ ਮਨ ਦਾ ਇੱਕ ਸੁਭਾਅ ਹੈ, ਜਿਵੇਂ ਪੰਛੀ ਕਦੇ ਕਿਸੇ ਦਰਖਤ ਤੇ ਕਦੇ ਕਿਸੇ ਦਰਖਤ ਤੇ ਜਾ ਬਹਿੰਦਾ ਹੈ, ਉਹਦਾ ਇੱਕ ਟਿਕਾਣਾ ਨਹੀਂ ਹੁੰਦਾ। ਇੱਦਾਂ ਹੀ ਐਕਚੁਅਲੀ ਇਨਸਾਨ ਦਾ ਮਨ ਹੈ, ਉਹਦਾ ਵੀ ਇੱਕ ਟਿਕਾਣਾ ਨਹੀਂ। ਉਹ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਚਾਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਦਰਖਤ ਚਾਹੁੰਦਾ ਹੈ, ਇੱਕ ਜਗ੍ਹਾ ਤੇ ਉਹ ਟਿਕਦਾ ਨਹੀਂ ਹੈ। ਜਿੱਦਾਂ ਬੰਦੇ ਦੀਆਂ ਅੱਖਾਂ ਹੁੰਦੀਆਂ ਨੇ, ਇੱਕ ਤਰ੍ਹਾਂ ਦਾ ਸਰੀਰ ਵੇਖ ਕੇ ਖੁਸ਼ ਨਹੀਂ, ਉਹਨਾਂ ਨੂੰ ਹੋਰ ਵੱਖਰੇ ਵੱਖਰੇ ਚਾਹੀਦੇ ਨੇ। ਇਸੇ ਲਈ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਦੀਆਂ ਰਾਣੀਆਂ ਦੀ ਗਿਣਤੀ ਔਖੀ ਸੀ। ਇੱਥੋਂ ਤੱਕ ਕਿ ਕਹਿੰਦੇ ਨੇ ਕਿ ਕ੍ਰਿਸ਼ਨ ਦੀਆਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਣੀਆਂ ਸਨ, ਬਹੁਤ ਰਾਣੀਆਂ ਸਨ। ਰਾਜੇ ਮਹਾਰਾਜੇ ਬਹੁਤ ਜ਼ਿਆਦੀਆਂ ਰਾਣੀਆਂ ਰੱਖਦੇ ਹੁੰਦੇ ਸੀ, ਵੱਖਰੇ ਵੱਖਰੇ ਰੂਪ ਰੰਗ ਤੇ ਜਿਸਮਾਂ ਦੇ ਸ਼ੌਕੀਨ ਸਨ। ਬੰਦੇ ਦਾ ਜਿਹੜਾ ਮਨ ਹੈ ਉਹ ਇੱਕ ਜਗ੍ਹਾ ਤੇ ਟਿਕ ਜਾਏ, ਇਹ ਔਖਾ ਹੈ, ਟਿਕਾਓ ਨਹੀਂ ਫੜਦਾ। ਉਹ ਕਹਿੰਦਾ ਵੀ ਜ਼ਿਆਦਾ ਕੁਛ ਮਿਲੇ, ਜ਼ਿਆਦਾ ਕੁਛ ਮਿਲੇ। ਕਬੀਰ ਸਾਹਿਬ ਕਹਿੰਦੇ ਮਨ ਦਾ ਟਿਕਣਾ ਹੀ ਪਰਮਾਤਮਾ ਦੀ ਭਗਤੀ ਹੈ, ਪਰ ਮਨ ਟਿਕਦਾ ਨਹੀਂ, ਇਸ ਕਰਕੇ ਮਨ ਸੁਖੀ ਵੀ ਨਹੀਂ ਹੁੰਦਾ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਲਿਖਿਆ ਤੇ ਕਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਜੇ ਇਹ ਮੇਰਿਆ ਮਨਾ ਤੂੰ ਪਰਮਾਤਮਾ ਨਾਲ ਰਹੇਗਾ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਿਹੜੀ ਭੁੱਖ ਰਾਤ ਦਿਨ ਤੈਨੂੰ ਪਈ ਹੈ, ਉਹ ਦੁੱਖ ਤੇਰਾ ਖਤਮ ਹੋ ਜਾਏਗਾ, ਤੇਰਾ ਛੁਟਕਾਰਾ ਹੋ ਜਾਣਾ। ਤੂੰ ਜਿੱਦਾਂ ਰਾਤ ਦਿਨ ਲੁਸ਼ੂ ਕਰਦਾ, ਤੇਰੀ ਭੁੱਖ ਨਹੀਂ ਖਤਮ ਹੋ ਰਹੀ। ਜੇ ਤੂੰ ਪਰਮਾਤਮਾ ਦੇ ਅੰਗ ਸੰਗ ਰਹੇਗਾ ਤਾਂ ਤੇਰੀ ਇਹ ਭੁੱਖ ਖਤਮ ਹੋ ਜਾਣੀ।
कबीर साहब ने फिर इन्हां श्लोकां विच इह भी आख्या कि इंसान जिहड़ा ना ਉਹਦੀ ਸਭ ਤੋਂ ਵਧੀਆ ਜਗ੍ਹਾ ਜਿਹੜੀ ਹੈ ਉਹ ਪਰਮਾਤਮਾ ਦੇ ਚਰਨ ਹੈ, ਵਾਹਿਗੁਰੂ ਦੇ ਚਰਨ ਹੈ, ਜਿੱਥੇ ਜਾ ਕੇ ਸੁੱਖ ਹੈ। ਇੱਕ ਐਸੀ ਜਗ੍ਹਾ ਹੈ ਜਿੱਥੇ ਜਾ ਕੇ ਕੋਈ ਦੁੱਖ ਨਹੀਂ ਮਿਲਦਾ, ਪਰ ਉਸ ਜਗ੍ਹਾ ਨੂੰ ਇਨਸਾਨ ਲੱਭਣਾ ਹੀ ਨਹੀਂ ਚਾਹੁੰਦਾ ਜਾਂ ਉੱਥੇ ਇਨਸਾਨ ਬਹਿਣਾ ਹੀ ਨਹੀਂ ਚਾਹੁੰਦਾ। ਕਿਉਂ ਇਨਸਾਨ ਉੱਥੇ ਜਾ ਕੇ ਬਹਿੰਦਾ ਹੈ ਜਿੱਥੇ ਜਾ ਕੇ ਬੰਦੇ ਨੂੰ ਲੱਗਦਾ ਵੀ ਹੁਣ ਮੇਰਾ ਟਾਈਮ ਪਾਸ ਹੋ ਜਾਣਾ? उस जगह ते वो नहीं बहिंदा जिथे जाके इनू कुछ चंगा मिले। इसलिए परमात्मा के चरणा रूप जगह नू, उस थां नू छड्ड के जगह जगह ते धक्के खांदा है। कबीर साहब ने कहा इसलिए माड़ी संगत दे वस विच पै के इहदी हालत इस तरह की हो जाती है जिवें बेरी दे दरख्त कोल कोई केले का दरख्त ला दिता जाए। हुण बेरी नू कंडे हुंदे है, जदों बेरी हवा नाल हिलेगी तो जिहड़ा केले का दरख्त है उहदे पत्तियां नू चीर देगी, चीर के रख देगी, चीर फाड़ कर देगी उहदे पत्तियां दा। कहंदे इस तरह ही साडा अंदरला जीवन है, माड़ी संगत विच बह के चीर फाड़ हो जाता है, खत्म हो जाता है। कदे तुसीं देखे घरां दे घर उजड़दे, एक शराबी ने अपनी मां मार दी, अपनी घरवाली मारती, अपने बच्चे मार दिते, एक शराबी ने अपनी जमीन जायदाद सब वेच दी, उजड़े ना घर। यह है केले निकट ज्यों बेर। एक बंदा अपना जीवन बर्बाद कर जाता, तबाह कर जाता, कुछ नशे की खातर, कुछ जिस्म की खातर, कुछ माड़ी संगत विच बह के, कोई किसी के खातर जीवन गर्क हो जाते हैं। वो नतीजा है साडे उस मन का जिहड़ा एक जगह ते टिकना नहीं चाहता। कबीर साहब कहते ने इसलिए बंदे नूं पता नहीं हुंदा कि वो कदों माड़े रस्ते उत्ते तुर के निंदिया का भार अपने सिर उत्ते चुक लैंदा है। निंदिया का भार, निंदिया। हुण कई लोग इत्थे दास नूं भी कहंदे ने निंदा करदा, पर उन्हां विचारिਆਂ नूं निंदा दे अखरी अर्थ नहीं पता हुंदे। निंदा का मतलब की है? की है जी निंदा का मतलब? निंदा का आखरी अर्थ हुंदा चंगे नूं माड़ा कहना, माड़े नूं माड़ा कहना निंदा थोड़ी हुंदी। कंडे नूं फुੱਲ कहना निंदा है, फुੱਲ नूं फुੱਲ, कंडे नूं कंडा कहो। इसलिए मैं साधवाद के खिलाफ बोलदा, देहधारी गुरु डम के खिलाफ बोलदा। ते कईयां नूं इह लगदा मैं शायद निंदा कर रहा, वो निंदा नहीं हुंदी। सच बोलना निंदा नहीं हुंदी। तो गुरु नानक साहब भी बोलते रहे, उन्हां तों तां आपां सिੱਖਿਆ, उन्हां कोई सिੱਖਿਆ ना आपां। चंगे नूं चंगा कहो, माड़े नूं माड़ा। कबीर साहब ने कहा बंदा बहुत वड्डा भार बुराई दा, अवगुणां दा अपने सिर उत्ते चुक लैंदा। इहनूं पता भी अगला रस्ता बड़ा खतरनाक है, पर यह बंदा डरदा नहीं ते अपनी लाइफ नूं खत्म करके चला जांदा। कबीर साहब कहंदे ने कमलिया कदे लकड़ दी तूं हालत देख जिहड़ी सड़ जांदी, वो पता की कहती है? कहती किते मैनू दोबारा किसी लुहार दे वस ना पा दे, उन्हें तो फिर साड़ देना मैनू, दोबारा फिर कोले की जगह वरत लेना उन्हें मैनू। बंदे का जिहड़ा जीवन है वकारां दे वस विच पिया ना, कोला बन जाता, एक वारी नहीं सड़दा, बार 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 सड़दा, बार बार गर्क हुंदा। और उहदा कारण है बंदे दे जीवन विच टिकाऊ ना होना, बंदे दे जीवन विच टिकाऊ ना होना। जदों टिक जाए इंसान का मन, फिर इंसान नूं कोई भी दुनिया की पावर, शक्ति, कोई ताकत खत्म नहीं कर सकती। खत्म इंसान उदों ही हुंदा जदों इंसान खुद नूं समझदा नहीं है, अपने आप की समझ ना रखे। कबीर साहब ने की क्या विचारते हैं? 86 नंबर श्लोक तो लैके 90 श्लोकां तक है, 5 श्लोक। कबीर मन पंखी भयो उड उड दह दिस जाए। कबीर साहब ने कहा बंदे का जिहड़ा मन है वो एक पंछी है, एक पंछी है। उड उड दैं दिस जाए, जिहड़ा परमात्मा का एक ओट आसरा छड्ड के होर जगह ते उड़दा फिरदा, भटकदा फिरदा ते मायक पदार्थां दे पिछे दसी पासी दौड़दा फिरदा। सानू जी गुरद्वारे तो कुछ नहीं मिल रहा, सानू राधा स्वामियां दे डेरे तो जाके कुछ मिलना।
ਸਾਨੂੰ ਜੀ ਰਾਧਾ ਸੁਆਮੀਆਂ ਤੋਂ ਕੁਝ ਨਹੀਂ ਮਿਲ ਰਿਹਾ, ਹੁਣ ਆਪਾਂ ਨੂਰ ਮਹਿਲੀ ਆਸ਼ੂਤੋਸ਼ ਕੋਲ ਜਾਣਾ, ਹੁਣ ਜੀ ਆਪਾਂ ਸਰਸੇ ਵਾਲੇ ਨਚਾਰ ਕੋਲ ਜਾਣਾ, ਹੁਣ ਜੀ ਆਪਾਂ ਭੰਡਿਆਰੇ ਵਾਲੇ ਦੇ ਡੇਰੇ ਜਾਣਾ, ਹੁਣ ਜੀ ਆਪਾਂ ਲਾਲਾਂ ਵਾਲੇ ਦੀ ਪੂਜਾ ਕਰਨੀ, ਹੁਣ ਜੀ ਪਿੱਪਲ ਸ਼ਾਹ ਦੀ ਪੂਜਾ ਕਰਨੀ, ਨਕੋਦਰ ਵਾਲੇ ਦੀ ਪੂਜਾ ਕਰਨੀ, ਮਸਤਾਂ ਦੀ ਪੂਜਾ ਕਰਨੀ। ਜੇ ਕਿਤੋਂ ਕੱਖ ਨਾ ਮਿਲਿਆ, ਹੁਣ ਆਪਾਂ ਵੈਸ਼ਨੋ ਦੇਵੀ ਤੇ ਚੱਲੇ ਆ, ਪਹਾੜਾਂ ਵਾਲੀ ਦੇਵੀ ਨੂੰ ਪੂਜਾਂਗੇ। ਕਮਲਿਓ, ਜੇ ਟਿਕਾਓ ਆ ਜਾਏ ਨਾ ਤੇ ਪਿੰਡ ਵਾਲਾ ਗੁਰਦੁਆਰਾ ਵੀ ਮਾੜਾ ਨਹੀਂ, ਉੱਥੇ ਹੀ ਸਾਰਾ ਕੁਝ ਹੈ। ਪਰ ਮਸਲਾ ਇੱਥੇ ਹੈ ਵੀ ਸਾਡੇ ਅੰਦਰ ਟਿਕਾਓ ਨਹੀਂ ਹੈ, ਇਸ ਲਈ ਤਾਂ ਜ਼ਿਆਦਾ ਪਿੰਡਾਂ ਦਾ ਬੇੜਾ ਗਰਕ ਹੋਇਆ ਪਿਆ। ਟੂਣੇ ਟਮਾਣੇ ਜ਼ਿਆਦਾ ਪਿੰਡਾਂ 'ਚ ਹੈ, ਪੁੱਠੇ ਪਾਸੇ ਜ਼ਿਆਦਾ ਜਨਤਾ ਸਾਡੀ ਲੱਗੀ, ਖਾਸ ਤੌਰ ਤੇ ਸਾਡੀਆਂ ਮਾਈਆਂ ਦਾ ਜ਼ਿਆਦਾ ਕੰਮ ਖਰਾਬ ਹੈ। ਕੋਈ ਉਹਨਾਂ ਨੇ ਸਿਆਣਾ ਨਹੀਂ ਛੱਡਣਾ, ਕੋਈ ਉਹਨਾਂ ਨੇ ਧਾਗੇ ਤਵੀਤ ਵਾਲਾ ਨਹੀਂ ਛੱਡਣਾ। ਮੁੰਡਾ ਮਾੜਾ ਹੈ ਨਾ ਤੇ ਉਹਨੂੰ ਸੁਧਾਰੋ। ਕਿਸੇ ਨੇ ਕੁਝ ਕਰ ਦਿੱਤਾ ਜੀ ਸਾਡੇ ਮੁੰਡੇ ਨੂੰ, ਸਾਡੀ ਧੀ ਨੂੰ ਕਿਸੇ ਨੇ ਕੁਝ ਕਰਤਾ ਜੀ, ਸਾਡੇ ਘਰ ਨੂੰ ਕਿਸੇ ਨੇ ਕੁਝ ਕਰਤਾ। ਇਹ ਨਹੀਂ ਸੋਚਣਾ ਵੀ ਸਾਡੀ ਆਪਣੀ ਪ੍ਰੋਬਲਮ ਹੈ, ਅਸੀਂ ਆਪ ਨਹੀਂ ਸੁਧਰਨਾ ਚਾਹੁੰਦੇ। ਇਹ ਤਾਂ ਸਾਡੇ ਮਨ ਦਾ ਹਾਲ ਹੈ ਵੀ ਅਸੀਂ ਪ੍ਰਮਾਤਮਾ ਦਾ, ਗੁਰੂ ਨਾਨਕ ਦਾ ਓਟ ਆਸਰਾ ਛੱਡ ਕੇ ਹੋਰ ਪਾਸੇ ਧੱਕੇ ਖਾਂਦੇ ਫਿਰਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕੁਦਰਤ ਦਾ ਇੱਕ ਨਿਯਮ ਹੈ ਕਿ ਜੋ ਮਨੁੱਖ ਜਿਹੋ ਜੀ ਸੰਗਤ ਵਿੱਚ ਬਹਿੰਦਾ ਉਹਨੂੰ ਉਹ ਜਿਹਾ ਫਲ ਮਿਲਦਾ, ਭਾਵ ਸੰਗਤ ਦਾ ਅਸਰ ਕਬੂਲ ਲੈਂਦਾ। ਇਸ ਲਈ ਮਾੜਿਆਂ ਦੀ ਸੰਗਤ ਮਾੜਾ ਬਣਾ ਦਿੰਦੀ, ਚੰਗਿਆਂ ਦੀ ਸੰਗਤ ਚੰਗਾ ਬਣਾ ਦਿੰਦੀ। ਤੇ ਕਿਉਂ ਅਸੀਂ ਮਾੜਿਆਂ ਦੀ ਸੰਗਤ ਵਿੱਚ ਜਾ ਕੇ ਬਹਿਣਾ, ਤੇ ਚੰਗਿਆਂ ਦੀ ਸੰਗਤ ਕਿਉਂ ਨਾ ਕੀਤੀ ਜਾਏ। ਤੇ ਮਨ ਨੂੰ ਕੰਟਰੋਲ 'ਚ ਰੱਖੋ, ਸਮਝਾ ਕੇ ਰੱਖੋ ਕਿ ਮਾੜੇ ਪਾਸੇ ਨਾ ਜਾ, ਭੈੜੇ ਪਾਸੇ ਨਾ ਜਾ। ਕਬੀਰ ਜਾਂ ਕੋ ਖੋਜ ਤੇ ਸੋਈ ਪਾਇਓ ਠੌਰ। ਹੁਣ ਅਗਲੀ ਗੱਲ ਕਬੀਰ ਸਾਹਿਬ ਦੀ ਨੋਟ ਕਰਿਓ। ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਇਆਂ, ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਪਰ ਸਿਫਤ ਸਲਾਹ ਦੀ ਸਹਾਇਤਾ ਨਾਲ ਮੈਂ ਪ੍ਰਮਾਤਮਾ ਦੇ ਚਰਨ ਰੂਪ ਜਿਹੜੀ ਥਾਂ ਲੱਭ ਰਿਹਾ ਸੀ, ਜਾਂ ਕੋ ਖੋਜ ਤੇ ਜਿਹੜੀ ਜਗ੍ਹਾ ਲੱਭ ਰਿਹਾ ਸੀ ਨਾ ਮੈਂ, ਸੋਈ ਪਾਇਓ ਠੌਰ, ਉਹ ਥਾਂ ਮੈਨੂੰ ਲੱਭ ਗਈ। ਠੌਰ ਦਾ ਮਤਲਬ ਹੁੰਦਾ ਥਾਂ, ਮੈਨੂੰ ਅੱਜ ਉਹ ਥਾਂ ਮਿਲ ਗਈ। ਇਹ ਗੱਲ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਕਹੀ ਸੀ ਕਿ ਮੈਨੂੰ ਅੱਜ ਉਹ ਜਗ੍ਹਾ ਮਿਲ ਗਈ ਜੋ ਮੈਂ ਲੱਭਦਾ ਫਿਰਦਾ ਸਾਂ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਕਹੀ ਸੀ, ਗੁਰੂ ਅਮਰਦਾਸ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕਹੀ ਸੀ ਕਿ ਮੈਂ ਪਹਿਲਾਂ ਕੁੜਮ ਬਣ ਕੇ ਆਉਂਦਾ ਸੀ, ਅੱਜ ਇੱਕ ਸਿੱਖ ਬਣ ਕੇ ਆਇਆ, ਉਹ ਥਾਂ ਮਿਲ ਗਈ। ਇਹ ਗੱਲ ਬਾਬਾ ਬੁੱਢਾ ਸਾਹਿਬ ਨੇ ਕਹੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ, ਮੈਨੂੰ ਅੱਜ ਉਹ ਥਾਂ ਮਿਲ ਗਈ। ਤੇ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਕਦਰ ਉਹਨਾਂ ਨੂੰ ਹੁੰਦੀ ਹੈ, ਤੇ ਜਿਨ੍ਹਾਂ ਨੂੰ ਘਰੋਂ ਮਿਲੀ ਹੋਵੇ ਨਾ ਉਹਨਾਂ ਨੂੰ ਕਦਰ ਨਹੀਂ ਜੇ ਹੁੰਦੀ। ਜਿਹੜੇ ਸਿੱਖਾਂ ਦੇ ਘਰ ਵਿੱਚ ਪੈਦਾ ਹੋ ਕੇ ਵੀ ਕਮਲੇ ਹੋਏ ਫਿਰਦੇ ਉਹਨਾਂ ਨੂੰ ਕਦਰ ਹੀ ਨਹੀਂ, ਹੋਰ ਪਾਸੇ ਦੌੜੇ ਫਿਰਦੇ ਹੈ, ਕਦਰ ਹੀ ਨਹੀਂ। ਇਸ ਲਈ ਤਾਂ ਅਸੀਂ ਆਪਣਾ ਜਿਹੜਾ ਬੇੜਾ ਉਹਨੂੰ ਖੁਦ ਡੋਬ ਰਹੇ ਹਾਂ। ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ ਔਰ। ਹੁਣ ਆਹ ਗੱਲ ਬੜੀ ਸਮਝਣ ਵਾਲੀ। ਕਬੀਰ ਸਾਹਿਬ ਕਹਿੰਦੇ ਜਿਸ ਪ੍ਰਮਾਤਮਾ ਨੂੰ ਤੂੰ ਪਹਿਲਾਂ ਹੋਰ ਕੋਈ ਆਖਦਾ ਸੀ ਵੀ ਰੱਬ ਕੁਝ ਹੋਰ ਹੈ, ਰੱਬ ਕੁਝ ਹੋਰ ਹੈ, ਮੈਂ ਕੁਝ ਹੋਰ ਹਾਂ, ਵੀ ਰੱਬ ਮੈਂ ਤੋਂ ਵੱਖਰਾ ਰਹਿੰਦਾ। ਕਬੀਰ ਸਾਹਿਬ ਕਹਿੰਦੇ ਭੁਲੇਖਾ ਦੂਰ ਹੋ ਗਿਆ। ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੀ ਨਾ, ਤੂੰ ਸਿਫਤ ਸਲਾਹ ਦੀ ਬਰਕਤ ਨਾਲ ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ, ਉਸੇ ਵਿੱਚ ਲੀਨ ਹੋ ਗਿਆ, ਉਸੇ ਵਿੱਚ ਇੱਕਮਿਕ ਹੋ ਗਿਆ। ਕਬੀਰ ਸਾਹਿਬ ਕਹਿੰਦੇ ਮੈਂ ਇਹ ਸਮਝਦਾ ਸੀ ਰੱਬ ਕਬੀਰ ਨਹੀਂ ਹੈ, ਕਹਿੰਦੇ ਮੈਨੂੰ ਹੁਣ ਪਤਾ ਲੱਗਾ ਕਬੀਰ ਰੱਬ ਹੈ, ਰੱਬ ਕਬੀਰ ਹੈ। ਉਹ ਤਾਂ ਮੇਰੇ 'ਚ ਵਸਦਾ, ਮੈਂ ਉਹ 'ਚ ਵਸਦਾ, ਉਹ ਤਾਂ ਸਾਤੋਂ ਕਦੇ ਬਾਹਰ ਗਿਆ ਹੀ ਨਹੀਂ। ਪਰ ਅਸੀਂ ਕਮਲੇ ਹੋਏ ਫਿਰਦੇ ਰਹੇ ਤੇ ਆਪਾਂ ਉਸ ਨੂੰ ਵੱਖਰਾ ਜਾਣਦੇ ਰਹੇ ਤੇ ਆਪਣੇ ਆਪ ਨੂੰ ਵੱਖਰਾ ਜਾਣਦੇ ਰਹੇ। ਇੱਥੇ ਕਬੀਰ ਸਾਹਿਬ ਨੇ ਕਿਹਾ ਅਵਤਾਰਵਾਦ ਦੀ ਲੋੜ ਨਹੀਂ ਸਾਨੂੰ, ਕਿ ਰੱਬ ਉਤਰ ਕੇ ਆਉਂਦਾ ਜੀ, ਅਵਤਾਰ ਲੈ ਕੇ ਆਉਂਦਾ ਜੀ, ਉਹ ਸ਼ਿਵ ਬਣ ਗਿਆ ਜੀ, ਵਿਸ਼ਨੂੰ ਬਣ ਗਿਆ ਜੀ, ਕ੍ਰਿਸ਼ਨ ਬਣ ਗਿਆ ਜੀ। ਕਹਿੰਦੇ ਲੋੜ ਨਹੀਂ, ਪਰਮਾਤਮਾ ਤਾਂ ਹਮੇਸ਼ਾ ਸਾਡੇ ਵਿੱਚ ਹੈ, ਉਹ ਕਿਤੇ ਬਾਹਰ ਗਿਆ ਹੀ ਨਹੀਂ। ਤੇ ਪਰਮਾਤਮਾ ਦੀ ਤਾਕਤ ਉਹਦੇ ਲੋਕ ਹੈ, ਭਲੇ ਲੋਕ ਹੈ ਜਿਹੜੇ ਉਹਦੀ ਤਾਕਤ ਦਾ ਕੰਮ ਕਰਦੇ ਆ। ਅਗਲੀ ਗੱਲ, ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ। ਕੁਸੰਗ, ਕੁਸੰਗਤ, ਮਾੜੇ ਲੋਕਾਂ ਦੀ ਸੰਗਤ, ਮਾੜੇ ਲੋਕਾਂ ਦਾ ਸੰਗ। ਕਬੀਰ ਕਹਿੰਦੇ ਮਾੜੇ ਲੋਕਾਂ ਦਾ ਜਿਹੜਾ ਸੰਗ ਹੈ ਉਹ ਇਦਾਂ ਦਾ ਹੈ ਜਿਸ ਤਰ੍ਹਾਂ ਕੇਲੇ ਦੇ
लागे बेरी दा दरख्त उगा होवे। की हुंदा भला? ओ झूला है ओ चीरीए जागत संग ना हेर। कहंदे जदों फिर बेड़ी दा दरख्त हिलदा हवा आउंदी ते ਉਹਦੇ ਕੰਡੇ ਜਿਹੜੇ ਨੇ ਕੇਲਿਆਂ ਦੀਆਂ ਤਹਿ ਲਾ ਕੇ ਰੱਖ ਦਿੰਦੇ ਨੇ, ਉਹਦੀਆਂ ਪੱਤਿਆਂ ਨੂੰ ਛਿੱਲ ਕੇ ਰੱਖ ਦਿੰਦੇ ਆ, ਚੀਰਾ ਚੀਰਾ ਕਰ ਦਿੰਦੇ। ਕਹਿੰਦੇ ਸਾਕਤਾਂ ਦੀ ਸੰਗਤ ਨਾ ਕਰ, ਉਹਨਾਂ ਦੀ ਸੰਗਤ ਵੱਲ ਵੇਖ ਵੀ ਨਾ। ਜੇ ਉਹਨਾਂ ਦਾ ਸੰਗ ਕਰੇਂਗਾ, ਉਹਨਾਂ ਦੇ ਵਿਚਾਰਾਂ ਨਾਲ ਸਾਂਝ ਪਾਏਗਾ, ਤੇਰਾ ਹਾਲ ਇਦਾਂ ਦਾ ਹੋਣਾ ਉਹ ਆਪ ਤਾਂ ਗਰਕ ਹੀ ਹੈ, ਤੈਨੂੰ ਵੀ ਗਰਕ ਕਰ ਦੇਣਗੇ। ਉਹ ਆਪ ਤਾਂ ਮਰੇ ਐ, ਉਹਨਾਂ ਨੇ ਤੈਨੂੰ ਵੀ ਮਾਰ ਦੇਣਾ। ਇਸ ਲਈ ਮਾੜਿਆਂ ਦੀ ਸੰਗ ਦੀ ਬਜਾਏ ਕਿਤੇ ਅੱਧਾ ਘੰਟਾ ਪੌਣਾ ਘੰਟਾ ਜੁੜ ਜਾ ਕਰ ਜਪਜੀ ਸਾਹਿਬ ਨਾਲ, ਕਿਤੇ ਜੁੜ ਜਾ ਕਰ ਪਰਮਾਤਮਾ ਦੇ ਚਰਨਾਂ ਨਾਲ। ਵੇਖੀ ਤੇਰਾ ਜੀਵਨ ਕਿੰਨਾ ਉੱਚਾ ਕਰ ਦਿੰਦੀ ਪਾਵਨ ਬਾਣੀ। ਕਬੀਰ ਭਾਰ ਪਰਾਈ ਸਿਰ ਚੜ੍ਹੈ ਚੱਲਿਓ ਚਾਹੇ ਬਾਟ। ਕਬੀਰ ਸਾਹਿਬ ਨੇ ਕੀ ਕਿਹਾ? ਕਹਿੰਦੇ ਕੁਸੰਗ ਮਾੜਿਆਂ ਦੀ ਜਿਹੜੀ ਸੰਗਤ ਹੈ, ਇਹਦੇ ਸਿਰ ਦੇ ਉੱਤੇ ਭਰਾਈ ਨਿੰਦਿਆ ਦਾ ਭਾਰ ਚੜ੍ਹ ਜਾਂਦਾ ਹੈ। ਮਾੜਿਆਂ ਦੀ ਸੰਗਤ ਵਿੱਚ ਬਹਿੰਦਾ, ਇਹ ਗੁਰਬਾਣੀ ਨੂੰ ਵੀ ਮਾੜਾ ਕਹੀ ਜਾਂਦਾ, ਗੁਰਦੁਆਰੇ ਨੂੰ ਵੀ ਮਾੜਾ ਕਹੀ ਜਾਂਦਾ, ਸਭਨਾਂ ਨੂੰ ਮਾੜਾ ਕਹੀ ਜਾਂਦਾ। ਭੈੜੀ ਸੰਗਤ ਇਹਦੇ ਸਿਰ ਦੇ ਉੱਤੇ ਭਾਰ ਚੜਾਉਂਦੀ ਹੈ, ਔਗਣਾਂ ਦਾ, ਗੁਨਾਹਾਂ ਦਾ, ਪਾਪਾਂ ਦਾ, ਗਰਕੇ ਹੋਏ ਜੀਵਨ ਦਾ ਇਹਦੇ ਸਿਰ ਤੇ ਭਾਰ ਚੜੀ ਜਾਂਦਾ। ਭਾਵ ਮੱਤ ਭਾਰੀ ਹੋਈ ਜਾਂਦੀ, ਮੱਤ ਗਰਕ ਹੋਈ ਜਾਂਦੀ, ਸੋਚ ਗਰਕ ਹੋਈ ਜਾਂਦੀ ਹੈ, ਸੋਚਣਾ ਹੀ ਬੰਦ ਕਰੀ ਜਾਂਦਾ। ਕਬੀਰ ਸਾਹਿਬ ਨੇ ਅੱਗੇ ਕੀ ਕਿਹਾ? ਕਹਿੰਦੇ ਨੇ ਆਪਣੇ ਭਾਰੇ ਨਾ ਡਰੈ। ਪਰ ਇਹਨੂੰ ਡਰ ਨਹੀਂ ਲੱਗਦਾ ਵੀ ਇੰਨਾ ਭਾਰ ਮੈਂ ਚੱਕੀ ਫਿਰਦਾ, ਆਗੇ ਅਵਕਟ ਘਾਟ। ਇਹਨੂੰ ਚੇਤਾ ਹੀ ਨਹੀਂ ਵੀ ਅੱਗੇ ਮੇਰੇ ਕੀਤੇ ਹੋਏ ਜਿਹੜੇ ਮੰਦੇ ਕਰਮ ਹੈ, ਉਹਨਾਂ ਨੇ ਇੱਕ ਬੜਾ ਔਖਾ ਰਸਤਾ ਬਣਾ ਦੇਣਾ ਮੇਰੀ ਜ਼ਿੰਦਗੀ ਦਾ। ਪਰ ਇਹਨੂੰ ਸਮਝ ਨਹੀਂ ਲੱਗਦੀ, ਕਮਲੇ ਨੂੰ ਸਮਝ ਨਹੀਂ ਲੱਗ ਰਹੀ। ਸਮਝ ਲੱਗਦੀ ਵੀ ਨਹੀਂ। ਜਦੋਂ ਕਿਡਨੀਆਂ ਫੇਲ ਹੋ ਜਾਂਦੀਆਂ ਫਿਰ ਪਛਤਾਉਂਦਾ ਬੰਦਾ। ਜਦੋਂ ਜੋ ਆਪ ਕਰਦਾ ਸੀ, ਜੋ ਮਾਂ ਕਰੀ ਧੀ ਜਦੋਂ ਕਰਦੀ ਹੈ ਫਿਰ ਪਤਾ ਲੱਗਦਾ। ਜੋ ਪਿਓ ਕਰਿਆ ਹੁੰਦਾ ਫਿਰ ਉਹ ਗਾਂ ਪੁੱਤ ਕਰਦਾ, ਫਿਰ ਪਤਾ ਲੱਗਦਾ। ਫਿਰ ਪਤਾ ਲੱਗਦਾ ਪਿਓ ਤਾਂ ਗਾਗਰ ਬਣ ਗਿਆ, ਡਰਮ ਬਣ ਗਿਆ ਪੀ ਪੀ ਕੇ। ਗਾਂ ਜਦੋਂ ਪੁੱਤ ਵੀ ਡਰਮ ਬਣਨਾ ਸ਼ੁਰੂ ਹੋ ਜਾਂਦਾ ਫਿਰ ਅਕਲ ਆਉਂਦੀ। ਕਮਲਿਆ ਜੇ ਮੈਂ ਆਪ ਹੀ ਚੰਗੇ ਪਾਸੇ ਜੁੜਿਆ ਹੁੰਦਾ, ਅੱਜ ਮੇਰੀ ਔਲਾਦ ਵੀ ਚੰਗੇ ਪਾਸੇ ਜੁੜ ਜਾਂਦੀ। ਪਰ ਉਹ ਸਮਾਂ ਲੰਘ ਚੁੱਕਾ ਹੁੰਦਾ। ਹੁਣ ਤਾਂ ਹੜ੍ਹ ਆ ਗਿਆ, ਹੁਣ ਕੀ ਕਰ ਲੋਗੇ? ਕਿੱਥੇ ਬੇੜਾ ਤਿਆਰ ਕਰ ਲੋਗੇ? ਆਪਾਂ ਉਦੋਂ ਸੋਚਣਾ ਸ਼ੁਰੂ ਕਰਦੇ ਹਾਂ ਜਦੋਂ ਸੋਚਣ ਦਾ ਵਕਤ ਹੀ ਲੰਘ ਜਾਂਦਾ। ਬਹੁਤ ਸਾਰੇ ਲੋਕਾਂ ਦੀ ਐਸੀ ਹਾਲਤ ਹੈ। 90 ਨੰਬਰ ਸ਼ਲੋਕ 'ਚ ਕਹਿੰਦੇ ਨੇ, ਕਬੀਰ ਬਨ ਕੀ ਦਾਦੀ ਲਾਕਰੀ ਠਾਂਡੀ ਕਰੇ ਪੁਕਾਰ। ਬਨ ਦਾ ਮਤਲਬ ਹੈ ਜੰਗਲ, ਦਾਦੀ ਲਾਕੜੀ ਦਾ ਮਤਲਬ ਹੈ ਸੜੀ ਹੋਈ ਲੱਕੜ, ਠਾਂਡੀ ਦਾ ਮਤਲਬ ਹੈ ਖਲੋਤੀ ਹੋਈ। ਪੁਕਾਰ ਪੁਕਾਰ ਕਰਦੀ ਹੈ, ਰੌਲਾ ਪਾਉਂਦੀ। ਕਬੀਰ ਸਾਹਿਬ ਕਹਿੰਦੇ ਜੇ ਤੂੰ ਹੈ ਕਬੀਰ ਧਿਆਨ ਨਾਲ ਸੁਣ ਕੇ ਸਮਝੇ ਤਾਂ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਵੀ ਸਾਫ਼ ਤੌਰ ਤੇ ਉੱਚੀ ਉੱਚੀ ਰੌਲਾ ਪਾ ਕੇ ਕਹਿੰਦੀ ਹੈ, ਤੇ ਤੂੰ ਧਿਆਨ ਨਾਲ ਸੁਣ। ਕਹਿੰਦੀ ਹੈ, ਮਤ ਬਸ ਪਰੋਂ ਲੁਹਾਰ ਕੇ ਜਾਰੈ ਦੂਜੀ ਵਾਰ। ਕਿੰਨੀ ਕਮਾਲ ਦੇ ਸ਼ਬਦ ਨੇ। ਕਬੀਰ ਸਾਹਿਬ ਕਹਿੰਦੇ ਮਤ ਦਾ ਮਤਲਬ ਮਤਾਂ, ਬਸ ਵਸ ਵਿੱਚ, ਲੁਹਾਰ ਉਹ ਮਨੁੱਖ ਜੋ ਸਾਰੀ ਉਮਰ ਕੋਲੇ ਹੀ ਇਕੱਠੇ ਕਰਦਾ ਰਿਹਾ ਤੇ ਇਦਾਂ ਹੀ ਜ਼ਿੰਦਗੀ ਲੰਘ ਗਈ। ਸਾਕਤ ਵਕਾਰੀ ਮਨੁੱਖ, ਬੇਕਾਰ ਜ਼ਿੰਦਗੀ ਜਿਉਣ ਵਾਲਾ ਇਨਸਾਨ, ਮਾੜੇ ਕਰਮ ਕਰਨ ਵਾਲਾ ਬੰਦਾ, ਨਸ਼ਿਆਂ ਦੀ ਗ੍ਰਿਫਤ ਵਿੱਚ ਰਹਿਣ ਵਾਲਾ ਇਨਸਾਨ, ਕਿ ਮੈਂ ਕਿਤੇ ਲੁਹਾਰ ਦੇ ਵਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰ ਸਾੜੇਗਾ। ਵੇਖੋ ਕਿੰਨੀ ਵਧੀਆ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ ਕਿ ਤੁਹਾਡੇ ਨਾਲੋਂ ਤਾਂ ਉਹ ਲੱਕੜ ਵੀ ਚੰਗੀ ਜਿਹੜੀ ਸੜ ਚੁੱਕੀ। ਕਮਲਿਓ ਆਪਣੀ ਜ਼ਿੰਦਗੀ ਦੀ ਕਦਰ ਕਰੋ, ਆਪਣੀ ਜ਼ਿੰਦਗੀ ਨੂੰ ਸਮਝੋ, ਆਪਣੀ ਲਾਈਫ ਦੇ ਮਾਇਨੇ ਨੂੰ ਵਿਚਾਰੋ ਕਿ ਸਾਡੀ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ ਔਰ ਇਹਦੀ ਕੋਈ ਕੀਮਤ ਨਹੀਂ ਹੈ। ਔਰ ਮੈਂ ਕਈ ਵਾਰ ਕਹਿ ਚੁੱਕਾ, ਇਹ ਲਾਈਫ ਇੱਕ ਵਾਰੀ ਮਿਲੀ ਹੈ, ਦੂਸਰੀ ਵਾਰ ਨਹੀਂ ਮਿਲ ਲੱਗੀ। ਸੋ ਆਓ ਇਸ ਜ਼ਿੰਦਗੀ ਦੀ ਕਦਰ ਕਰੀਏ, ਇਹਨੂੰ ਸਮਝੀਏ, ਵਿਚਾਰੀਏ ਤੇ ਗੁਰੂ ਨਾਨਕ ਸਾਹਿਬ ਦੇ ਬੋਲਾਂ ਨਾਲ ਚਿੱਤ ਜੋੜ ਕੇ ਰੱਖੀਏ। ਕਬੀਰ ਸਾਹਿਬ ਦੇ 90 ਨੰਬਰ ਸ਼ਲੋਕਾਂ ਤੱਕ ਵਿਚਾਰ ਅੱਜ ਕੰਪਲੀਟ ਹੋਈ ਹੈ। ਸਤਿਗੁਰੂ ਅੱਗੇ ਅਰਦਾਸ ਕਰੋ ਕਿ ਆਉਣ ਵਾਲਾ ਸਮਾਂ ਬਾਣੀ ਨਾਲ ਸਾਡਾ ਜੁੜਿਆ ਰਹੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।